ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਜਿਨਾ ਭਾਗ ਮਥਾਹੇ, ਸੇ ਨਾਨਕ ਹਰ ਰੰਗ ਮਾਣ ਦੋ। ਬਹੁ ਸ਼ਾਸਤਰ ਬਹੁ ਸਿਮਰਤੀ, ਵੇਖੈ ਸਰਬ ਟੰਡੋਲ। ਪੂਜਸ ਨਾਹੀ ਹਰਿ ਹਰੇ, ਨਾਨਕ ਨਾਮ ਅਮੋਲ। ਦੀਨ ਦੁਨੀਆ ਦੇ ਪਾਤਸ਼ਾਹ, ਸਰਵਰੇ ਕਾਇਨਾਤ ਵਾਲੀਏ ਦੋ ਜਹਾਨ, ਸਮੁੱਚੀ ਮਾਨਵਤਾ ਦੇ ਸਾਂਝੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੀ ਬਖਸ਼ਿਸ਼ਾਂ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ, ਸੱਜੇ ਹੋਏ ਦਿਨ ਵੇਲੇ ਦੇ ਪਵਿੱਤਰ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਭਾਵਨਾ ਔਰ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਮਾਣਿਆ ਹੈ। ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਸਜ ਰਹੇ ਹਨ। ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ, ਆਸਾ ਕੀ ਵਾਰ ਜੀ ਦੇ ਰਸ ਭਿੰਨੇ ਕੀਰਤਨ, ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰੂ ਕੇ ਕੀਰਤਨੀਏ ਭਾਈ ਸਤਵਿੰਦਰ ਸਿੰਘ ਜੀ, ਭਾਈ ਸਰਬਜੀਤ ਸਿੰਘ ਜੀ ਰੰਗੀਲਾ ਦੁਰਗ ਵਾਲੇ, ਤਿੰਨਾਂ ਪਾਸੋਂ ਗੁਰੂ ਕੀ ਵਡਿਆਈ, ਗੁਰੂ ਕੀ ਸਿਫਤ ਬਾਣੀ ਰੂਪ ਦੇ ਵਿੱਚ ਸਰਵਣ ਕੀਤੀ ਹੈ। ਆਪ ਸਾਰੇ ਹੀ ਜਾਣਦੇ ਹੋ, ਆਪਾਂ ਪਿਛਲੇ ਹਫ਼ਤੇ ਤੋਂ ਲਗਾਤਾਰ ਸਤਿਕਾਰਯੋਗ ਮਾਤਾ ਮਾਂ ਸੁਲੱਖਣੀ ਜੀ ਦੇ ਪਵਿੱਤਰ ਚਰਨਾਂ ਦੀਆਂ ਖੁਸ਼ੀਆਂ ਮਾਣਨ ਦਾ ਯਤਨ ਕੀਤਾ ਹੈ। ਆਓ ਕੁਝ ਕੁ ਸਮਾਂ ਉਹਨਾਂ ਦੇ ਪਾਵਨ ਜੀਵਨ ਦੇ ਕੁਝ ਕੁ ਬੋਲ ਆਪ ਜੀ ਦੇ ਸਨਮੁਖ ਕਵਾਂ ਪਿਆਰ ਵਿੱਚ ਭਿੱਜ ਕੇ ਅਸੀਸ ਬਖਸ਼ੋ। ਦੋਨੋਂ ਹੱਥ ਜੋੜ ਲਵਾਓ ਹਾਜ਼ਰੀ, ਗੁਰੂ ਬਖਸ਼ੀ ਫਤਿਹ,
ਪ੍ਰਵਾਨ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰਤ ਤੇ ਮਰਦ ਦੋਨੋਂ ਹੀ ਸਮਾਜ ਦਾ ਮੁੱਖ ਹਿੱਸਾ ਆ। ਸਮਾਜ ਦੋਨਾਂ ਰੂਪਾਂ ਦੇ ਵਿੱਚ ਇਸ ਰਿਸ਼ਤੇ ਦੇ ਨਾਲ ਪੂਰਾ ਹੁੰਦਾ ਹੈ, ਕਿਉਂਕਿ ਜਿੰਨੀ ਸੰਸਾਰ ਦੀ ਸਾਂਝ ਆ, ਉਤਪਤੀ ਆ, ਜਿੰਨੇ ਰਿਸ਼ਤੇ ਆ, ਉਹ ਮਾਂ ਔਰ ਬਾਪ, ਪਤੀ ਔਰ ਪਤਨੀ ਦੇ ਰਿਸ਼ਤੇ ਤੋਂ ਬਿਨਾਂ ਨਹੀਂ ਹੈ। ਪਰ ਜਦੋਂ ਅਸੀਂ ਸੰਸਾਰ ਦੇ ਵਿੱਚ ਇਸ ਗੱਲੋਂ ਨਿਗਾਹ ਮਾਰਦੇ ਆ ਨਾ, ਭਾਵੇਂ ਉਹ ਧਾਰਮਿਕ ਲਹਿਜ਼ਾ ਤੇ ਭਾਵੇਂ ਸੰਸਾਰੀ, ਸਾਨੂੰ ਸ਼ੁਰੂ ਤੋਂ ਹੀ ਸਾਡੀ ਮਾਨਸਿਕਤਾ ਇਦਾਂ ਦੀ ਬਣ ਗਈ ਜਾਂ ਬਣਾ ਦਿੱਤੀ ਗਈ, ਅਸੀਂ ਮਾਲਕ ਵੱਲੋਂ ਸਾਜੇ ਆ। ਮਰਦ ਨੂੰ ਵੀ ਉਹਨੇ ਸਾਜਿਆ, ਔਰਤ ਨੂੰ ਵੀ ਮਾਲਕ ਨੇ ਸਾਜਿਆ। ਪਰਮਾਤਮਾ ਦੇ ਘਰ ਦੇ ਵੱਲੋਂ ਜਿਹੜੀ ਬਾਣੀ ਹੈ, ਜਾਂ ਪਰਮਾਤਮਾ ਦੇ ਘਰ ਦਾ ਜਿਹੜਾ ਮੈਸੇਜ ਆ, ਉਹਦੇ ਵਿੱਚ ਕਿਤੇ ਇਹ ਗੱਲ ਨਹੀਂ ਹੈ ਵੀ ਕੌਣ ਵੱਡਾ ਹੈ, ਕੌਣ ਛੋਟਾ ਹੈ, ਜਾਂ ਕੌਣ ਉੱਤਮ ਹੈ, ਕੌਣ ਨੀਚ ਹੈ। ਬੰਦੇ ਦੀ ਮਾਨਸਿਕਤਾ, ਬੰਦੇ ਦੀ ਫਿਤਰਤ ਦੇ ਵਿੱਚੋਂ ਬਹੁਤ ਕੁਝ ਨਿਕਲਿਆ, ਔਰ ਸਵਰੂਪਾਂ ਦੇ ਨਾਲ ਇਦਾਂ ਦੇ ਨਾਂ ਘੜੇ ਗਏ। ਹੁਣ ਅਸੀਂ ਆਮ ਤੌਰ ਤੇ ਇਹ ਲਫ਼ਜ਼ ਕਹਿੰਦੇ ਆ ਔਰਤ। ਜਦੋਂ ਤੁਸੀਂ ਪੰਜਾਬੀ ਕੋਸ਼ ਦੇ ਵਿੱਚ ਇਹਦੇ ਅਰਥ ਪੜ੍ਹੋਗੇ ਨਾ, ਪੰਜਾਬੀ ਕੋਸ਼ ਦੇ ਵਿੱਚ ਔਰਤ ਦੇ ਅੱਖਰੀ ਅਰਥ ਕੀਤੇ ਹੋਏ ਔਰ ਪਲੱਸ ਰਤ, ਬੇਗਾਨਾ ਖੂਨ। ਸ਼ੁਰੂ ਤੋਂ ਹੀ ਬੱਚੀ ਜਨਮ ਲੈਂਦੀ ਅਸੀਂ ਕਹਿੰਦੇ ਆ ਇਹ ਪਰਾਇਆ ਧਨ ਆ। ਬੱਚੀ ਵਿਆਹੀ ਜਾਂਦੀ ਹੈ, ਅਸੀਂ ਕਹਿੰਦੇ ਆ ਇਹ ਬਗਾਨੀਆਂ ਧੀਆਂ ਆ। ਹਾਲਾਂਕਿ ਸਮਾਜ ਪੂਰਾ ਹੁੰਦਾ ਹੀ ਔਰਤ ਨਾਲ ਆ, ਘਰ ਬਣਦਾ ਹੀ ਔਰਤ ਦੇ ਨਾਲ ਆ, ਤਾਂ ਵੀ ਸਾਡੀ ਜ਼ੁਬਾਨ, ਸਾਡੀ ਮਾਨਸਿਕਤਾ ਵਿੱਚੋਂ ਬੇਗਾਨਾ ਜਾਂ ਪਰਾਇਆ ਲਫ਼ਜ਼ ਨਹੀਂ ਨਿਕਲਿਆ। ਔਰਤ ਲਫ਼ਜ਼ ਇਜਾਦ ਹੋਇਆ ਤੇ ਔਰਤ ਭਾਵ ਬੇਗਾਨਾ ਖੂਨ ਜਾਂ ਕੁੜੀ ਲਫ਼ਜ਼ ਆਮ ਲੋਕ ਕਹਿੰਦੇ ਆ। ਕੋਸ਼ ਨੂੰ ਪੜ੍ਹੋਗੇ ਤੇ ਉਹਦੇ 'ਚ ਲਿਖਿਆ ਵੀ ਕੂੜੇ ਦੀ ਜਾਈ ਹੋਈ ਨੂੰ ਕੁੜੀ ਕਹਿ ਦਿੱਤਾ, ਜਿਹਦਾ ਕੋਈ ਸਤਿਕਾਰ ਨਹੀਂ, ਮਾਣ ਨਹੀਂ, ਇਦਾਂ ਦੇ ਲਫ਼ਜ਼ ਕਹਿ ਦਿੱਤੇ। ਔਰ ਜਦੋਂ ਅਸੀਂ ਧਾਰਮਿਕ ਲਹਿਜ਼ੇ ਨੂੰ ਪੜ੍ਹੋਗੇ ਨਾ, ਤੁਸੀਂ ਡਾਕਟਰ ਰਾਧਾ ਕ੍ਰਿਸ਼ਨਨ ਦਾ ਨਾਮ ਬਹੁਤਿਆਂ ਸੁਣਿਆ ਹੋਵੇਗਾ, ਪੜ੍ਹੇ ਲਿਖੇ ਸੱਜਣਾ ਨੇ। ਉਹਦੀ ਇੱਕ ਕਿਤਾਬ ਹੈ ਸਮਾਜ ਤੇ ਸਮਾਜਿਕ ਵਿਚਾਰਧਾਰਾ। ਉਹਨਾਂ ਉਹਦੇ ਵਿੱਚ ਬੜੀਆਂ ਗੱਲਾਂ ਲਿਖੀਆਂ ਕਿ ਕਿਸੇ ਵੀ ਧਰਮ ਨੇ ਔਰਤ ਨੂੰ ਉਹਦਾ ਬਣਦਾ ਸਤਿਕਾਰ ਨਹੀਂ ਦੇ ਸਕੇ। ਆਪਾਂ ਜਿੰਨੇ ਬੈਠੇ ਆ, ਵੇਖੋ ਸਾਡੇ ਘਰ ਦੇ ਵਿੱਚ ਧੀਆਂ ਆ, ਭੈਣ ਆ, ਮਾਂ ਆ, ਦਾਦੀ ਆ। ਆਪਾਂ ਕਈ ਰੂਪ ਦੇ ਵਿੱਚ ਮਾਣਦੇ ਆ ਇਸ ਰਿਸ਼ਤੇ ਨੂੰ। ਪਰ ਜਦੋਂ ਆਪਣਤ ਵਿੱਚ ਬੰਦਾ ਵੇਖੇਗਾ, ਆਪਣੀ ਬੱਚੀ ਨੂੰ ਵੇਖੇਗਾ ਨਾ, ਕਦੀ ਰੂਹ ਤੋਂ ਵੇਖਿਓ, ਕਿਉਂਕਿ ਸਾਡੇ ਚੋਂ ਉਹ ਰਿਸ਼ਤੇ ਦਾ ਜਨਮ ਹੋਇਆ। ਅਸੀਂ ਮਾਂ ਦੇ ਵਿੱਚੋਂ ਪੈਦਾ ਹੋਏ। ਅੰਮਾ ਜਾਈ ਸਕੀ ਭੈਣ ਆ, ਸਾਡੇ ਬਾਪ ਦੀ ਮਾਂ ਦਾਦੀ ਆ। ਕਦੀ ਬਹੁਤ ਬਾਰੀਕੀ ਦੇ ਨਾਲ ਵੇਖੋਗੇ ਤੇ ਹੈਰਾਨੀ ਹੁੰਦੀ ਵੀ ਸਮਾਜ ਨੇ ਔਰਤ ਲਈ ਕਿੰਨਾ ਕੁਝ ਕਹਿ ਦਿੱਤਾ। ਮੈਂ ਥੋੜੇ ਜਿਹੇ ਬੋਲ ਕਹਿ ਕੇ ਸਿਰਫ ਗੱਲ ਉੱਤੇ ਲਿਆਉਣੀ। ਮਾਤਾ ਮਾਂ ਸੁਲੱਖਣੀ ਜੀ ਦੇ ਜੀਵਨ ਨੂੰ, ਚਰਨਾਂ ਨੂੰ ਨਮਸਕਾਰ ਕਿੰਨੇ ਪੱਖ ਤੋਂ ਕੀਤਾ ਜਾ ਸਕਦਾ। ਇੱਕੋ ਹੀ ਪੱਖ ਨਹੀਂ ਹੈ ਵੀ ਉਹ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਮਹਿਲ ਆ, ਬੜੀਆਂ ਬਖਸ਼ਿਸ਼ਾਂ ਲੈ ਕੇ ਆਏ। ਉਹ ਆਮ ਜਿਹੇ ਸੰਸਾਰੀ ਜਿਹੇ ਜੀਵ ਨਹੀਂ ਸਨ। ਜਿੰਨੀ ਘਾਲਣਾ, ਜਿੰਨੀ ਕਮਾਈ ਮਾਲਕ ਗੁਰੂ ਨਾਨਕ ਸਾਹਿਬ ਪਿਤਾ ਦੀ ਹੈ, ਪਿਆਰਿਓ, ਓਨੀ ਕਮਾਈ ਸਾਡੀ ਮਾਂ ਦੀ ਵੀ ਹੈ, ਜਿਹਦੇ ਅਸੀਂ ਦਿਨ ਮਨਾਉਂਦੇ ਹਾਂ। ਜਦੋਂ ਅਸੀਂ ਜੋਗ ਮਤ ਨੂੰ ਪੜ੍ਹੋਗੇ ਨਾ, ਜੋਗ ਮਤ ਦਾ ਇੱਕ ਗ੍ਰੰਥ ਆ ਜੋਗ ਕਲਪੱਤਰ। ਉਹ ਸਾਰਾ ਜੋਗ ਕਲਪੱਤਰ ਗੋਰਖਨਾਥ ਦਾ ਲਿਖਿਆ ਹੋਇਆ।
ਉਹਦੇ 8ਵੇਂ ਅਧਿਆਏ ਦੇ ਵਿੱਚ ਉਹ ਇੱਕ ਬੋਲ ਲਿਖਦਾ ਕਿ ਦਾਮ ਕਾਢ ਬਾਗਣ ਲੈ ਆਇਆ, ਮਾਊ ਕਹੇ ਮੇਰਾ ਪੂਤ ਵੀ ਆਇਆ, ਗੀਲੀ ਲੱਕੜੀ ਕੋ ਘੁਣ ਲਾਇਆ, 3 ਡਾਲ ਮੂਲ ਸਣ ਖਾਇਆ। ਉਹ ਕਹਿੰਦਾ ਪੁੱਤਰ ਦਾ ਜਦੋਂ ਵਿਆਹ ਹੁੰਦਾ ਲੋਕੋ ਖੁਸ਼ੀ ਨਾ ਮਾਣੋ, ਬਲਕਿ ਤੁਸੀਂ ਤੇ ਦਾਮ ਪੈਸੇ ਖਰਚ ਕੇ ਬਘਿਆੜਨ ਲੈ ਕੇ ਆਏ ਹੋ। ਉਹ ਔਰਤ ਲਈ ਬੱਚੀ ਲਈ ਇਹ ਲਫ਼ਜ਼ ਗੋਰਖਨਾਥ ਵਰਤਦਾ ਹੈ, ਹਾਲਾਂਕਿ ਧਿਆਨ ਦੇਣਾ ਉਹਨੂੰ ਧਰਮ ਦੇ ਨਾਂ ਤੇ ਬੜਾ ਸਤਿਕਾਰ ਹੈ ਸਮਾਜ ਵਿੱਚ ਉਹਦਾ। ਧਾਰਮਿਕ ਬੰਦੇ ਦੀ ਸੋਚ ਇਦਾਂ ਦੀ ਹੋਵੇ ਤੇ ਆਮ ਬੰਦੇ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਉਹ ਕਹਿੰਦਾ ਬੱਚੀ ਨੂੰ ਵਿਆਹ ਕੇ ਲਿਆਉਣਾ ਇਦਾਂ ਜਿਵੇਂ ਕੋਈ ਬਘਿਆੜਨ ਪੱਲੇ ਵੱਜ ਗਈ। ਮਾਊ ਕਹੇ ਮੇਰਾ ਪੂਤ ਵੀ ਆਇਆ, ਗੀਲੀ ਲੱਕੜੀ ਕੋ ਘੁਣ ਲਾਇਆ, 3 ਡਾਲ ਮੂਲ ਸਣ ਖਾਇਆ। ਇਹ ਗੋਰਖ ਦੇ ਬੋਲ, ਉਹਦੀ ਬਾਣੀ ਹੈ। ਉਹ ਕਹਿੰਦਾ ਇਹ ਤੇ ਇਦਾਂ ਆ ਜਿਵੇਂ ਗਿੱਲੀ ਲੱਕੜੀ ਨੂੰ ਘੁਣ ਲੱਗ ਗਿਆ ਹੋਵੇ। ਇਸਲਾਮ ਨੂੰ ਪੜ੍ਹੋਗੇ, ਆਪਾਂ ਸਾਰੇ ਸੰਗਤ ਵਿੱਚ ਬੈਠੇ ਆ, ਬੱਚੀਆਂ ਭੈਣਾਂ ਮਾਤਾਵਾਂ ਇੱਕ ਪਾਸੇ, ਆਪਾਂ ਇੱਕ ਪਾਸੇ ਬੈਠੇ ਆ। ਕੋਈ ਵੀ ਬਾਣੀ ਪੜ੍ਹ ਸਕਦਾ, ਕੋਈ ਅਰਦਾਸ ਕਰ ਸਕਦਾ, ਕੀਰਤਨ ਕਰ ਸਕਦਾ। ਪਰ ਇਸਲਾਮ ਦੇ ਤੁਸੀਂ ਆਮ ਸੋਸ਼ਲ ਮੀਡੀਆ ਤੇ ਵੇਖੋਗੇ ਨਾ, ਜਦੋਂ ਮਜ਼ਾਰਾਂ ਤੇ ਮਸੀਤਾਂ ਤੇ ਨਮਾਜ਼ ਅਦਾ ਹੁੰਦੀ ਹੈ, ਤੁਸੀਂ ਕਦੀ ਲਾਈਨ ਵਿੱਚ ਕਿਸੇ ਔਰਤ ਨੂੰ ਨਹੀਂ ਬੈਠਿਆਂ ਵੇਖਿਆ ਹੋਏਗਾ ਵੀ ਉਹ ਨਮਾਜ਼ ਅਦਾ ਕਰਦੀ ਹੋਵੇ। ਔਰਤ ਖੁੱਲੇ ਦੇ ਵਿੱਚ ਨਮਾਜ਼ ਹੀ ਨਹੀਂ ਅਦਾ ਕਰ ਸਕਦੀ, ਉਹਨੇ ਕਰਨੀ ਹੈ ਤੇ ਪਰਦੇ ਦੇ ਵਿੱਚ ਨਮਾਜ਼ ਅਦਾ ਕਰੇ, ਸਾਹਮਣੇ ਨਹੀਂ ਕਰ ਸਕਦੀ। ਜਦੋਂ ਉਹਨਾਂ ਦੇ ਧਰਮ ਦੀਆਂ ਗਵਾਹੀਆਂ ਹੁੰਦੀਆਂ, ਬੰਦੇ ਇੱਕ ਦੀ ਗਵਾਹੀ ਹੈ, ਔਰਤਾਂ 2 ਗਵਾਹੀ ਦੇਣਗੀਆਂ ਤੇ ਬਰਾਬਰ ਮੰਨੀ ਜਾ ਸਕਦੀ, ਉਂਝ ਨਹੀਂ। ਕ੍ਰਿਸਚਨਾਂ ਨੂੰ ਪੜ੍ਹੋਗੇ, ਉਹ ਅੱਜ ਵੀ ਕਹਿੰਦੇ ਆ ਵੀ ਜਿੱਥੇ ਰੱਬ ਭੁੱਲ ਗਿਆ ਨਾ, ਜਿੱਥੇ ਰੱਬ ਕੋਲੋਂ ਗਲਤੀ ਹੋਈ ਉਹਨੇ ਔਰਤ ਬਣਾ ਦਿੱਤੀ। ਇਹ ਕ੍ਰਿਸਚੈਨੀਅਤ ਕਹਿ ਰਹੀ ਹੈ। ਇੱਕ ਨਹੀਂ ਅਨੇਕਾਂ ਧਾਰਮਿਕ ਗ੍ਰੰਥ ਲਿਖਣ ਵਾਲਾ ਮਹਾਨ ਵਿਦਵਾਨ ਹੈ, ਸਤਿਕਾਰਯੋਗ ਤੁਲਸੀਦਾਸ। ਬੜਾ ਨਾਂ ਹੈ ਤੁਲਸੀ ਦਾ। ਮੰਦਰਾਂ ਦੇ ਵਿੱਚ ਰਾਮਾਇਣ ਜੀ ਦਾ ਪ੍ਰਕਾਸ਼ ਹੁੰਦਾ ਹੈ। ਰਾਮਾਇਣ ਦਾ ਕਰਤਾ ਹੈ, ਲਿਖਣ ਵਾਲਾ ਤੁਲਸੀਦਾਸ। ਔਰ ਤੁਲਸੀਦਾਸ ਦੀ ਵਿਚਾਰ ਇਹ ਹੈ, ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ, ਜਾਂ ਕਹਿੰਦਾ ਇਹ ਸਭ ਪਰਦੇ ਕੇ ਅਧਿਕਾਰੀ। ਪਸ਼ੂ ਦੇ ਨਾਲ ਔਰਤ ਦੀ ਤਸ਼ਬੀਹ ਦਿੰਦਾ। ਇੱਕ ਬੋਲ ਕਹਿ ਕੇ ਅਗਲੀ ਗੱਲ ਤੇ ਆਵਾਂ। ਜਿਸ ਵੇਲੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਜਾ ਰਹੀ ਸੀ ਨਾ, 4 ਭਗਤ ਆਏ, ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ। ਲਾਹੌਰ ਦਾ ਨਿਵਾਸੀ ਸੀ ਪੀਲੂ ਭਗਤ। ਉਹ ਕਹਿਣ ਲੱਗਾ ਗੁਰੂ ਅਰਜਨ ਦੇਵ ਸਾਹਿਬ ਨੂੰ, ਮਹਾਰਾਜ ਤੁਸੀਂ ਕਮੀਆਂ ਦੀ, ਸ਼ੂਦਰਾਂ ਦੀ, ਮੈਂ ਸੁਣਿਆ ਜੁਲਾਹਿਆਂ ਦੀ, ਚਮਾਰਾਂ ਦੀ, ਸ਼ੀਂਬਿਆਂ ਦੀ ਬਾਣੀ ਲਿਖੀ ਜਾ ਰਹੇ ਹੋ। ਮਹਾਰਾਜ ਕਹਿੰਦੇ ਤੁਹਾਡੇ ਲਈ ਜ਼ਾਤ ਹੋਏਗੀ, ਸਾਡੇ ਲਈ ਕੋਈ ਬਰਾਦਰੀ ਨਹੀਂ ਹੈ। ਕੰਮ ਦੱਸੋ ਕਿਸ ਆਏ ਹੋ, ਸਾਡੀ ਬਾਣੀ ਲਿਖੋ। ਮਹਾਰਾਜ ਕਹਿੰਦੇ ਜ਼ਰੂਰ, ਪਰ ਜੇ ਤੁਹਾਡੀ ਬਾਣੀ ਮੇਲ ਖਾਏ ਤੇ ਤਾਂ ਹੀ ਆ ਨਾ। ਵਿਚਾਰ ਲੰਮੀ ਹੋ ਜਾਏਗੀ, ਮੈਂ ਸਿਰਫ ਪੀਲੂ ਭਗਤ ਦੇ ਬੋਲ ਕਵਾਂ। ਪੀਲੂ ਨੇ ਪੂਰੀ ਕਵਿਤਾ ਇੱਕ ਕਹੀ, ਉਹਦੀਆਂ ਪਹਿਲੀਆਂ ਇਹ 2 ਬੋਲ ਕਹਿ ਲੋ ਪੰਕਤੀਆਂ ਸਨ। ਕਾਗਦ ਸੰਦੀ ਪੂਤਰੀ ਤਉ ਨਾ ਤਿਰਿਆ ਨਿਹਾਰ। ਗੁਰੂ ਅਰਜਨ ਦੇਵ ਸਾਹਿਬ ਨੂੰ ਕਹਿੰਦਾ, ਮਹਾਰਾਜ ਔਰਤ ਤੇ ਕਾਗਜ਼ ਦੀ ਵੀ ਬਣੀ ਹੋਵੇ ਨਾ, ਉਹਨੂੰ ਵੇਖਣਾ ਨਹੀਂ ਚਾਹੀਦਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਤੁਸੀਂ ਜਾ ਸਕਦੇ ਹੋ, ਇੱਥੇ ਤੁਹਾਡੇ ਵਰਗੇ ਬੰਦਿਆਂ ਦੀ ਬਾਣੀ ਨਹੀਂ, ਤੁਹਾਨੂੰ ਭਗਤ ਕਵਾਉਣ ਦਾ ਹੀ ਹੱਕ ਨਹੀਂ ਹੈ। ਜਿਸ ਮਾਂ ਦੀ ਕੁੱਖੋਂ ਜਾਏ ਉਹ ਪੀਲੂ ਜੀ, ਕਦੇ ਉਸ ਮਾਂ ਦੀ ਗੋਦ ਦਾ ਨਿੱਘ ਨਹੀਂ ਮਾਣਿਆ, ਕਦੀ ਉਹਦੇ ਸੀਨੇ ਲੱਗ ਦੁੱਧ ਨਹੀਂ ਪੀਤਾ। ਐਸੀ ਸੋਚ ਹੋਵੇ ਭਗਤ ਬੰਦੇ ਦੀ। ਔਰ ਏਸ਼ੀਆ ਦਾ ਚਾਨਣ ਕਿਹਾ ਜਾਣ ਵਾਲਾ ਮਹਾਤਮਾ ਬੁੱਧ, ਜਿਹਨੇ ਦਾਅਵਾ ਸੀ ਵੀ ਪੂਰੇ ਇਲਾਕੇ 'ਚ ਮੇਰਾ ਧਰਮ ਫੈਲੇਗਾ, ਉਹਨੂੰ ਪਾਲਣ ਵਾਲੀ ਉਹਦੀ ਸਕੀ ਚਾਚੀ ਹੱਥ ਜੋੜ ਕੇ ਆਂਦੀ ਹੈ, ਮਹਾਤਮਾ ਬੁੱਧ ਨੂੰ, ਉਹਦਾ ਨਾਂ ਗੌਤਮ ਸਿਧਾਰਥ ਆ ਉਹਦਾ। ਉਹਨੇ ਆਖਿਆ, ਸਿਧਾਰਥ ਇੰਨੇ ਲੋਕ ਤੇਰੇ ਧਰਮ ਨੂੰ ਮੰਨ ਗਏ, ਦੀਖਿਆ ਲੈ ਗਏ, ਤੇਰੇ ਭਿਕਸ਼ੂ ਬਣ ਗਏ, ਮੈਨੂੰ ਵੀ ਧਰਮ ਦੀ ਦੀਖਿਆ ਦੇ। ਉਹਨੇ ਗੱਲ ਆਈ ਗਈ ਕਰ ਦਿੱਤੀ। ਚਾਚੀ ਨੇ ਫਿਰ ਹੱਥ ਜੋੜੇ, ਕਹਿਣ ਲੱਗੀ ਪੁੱਤਰ ਇਹ ਕਿੱਡੀ ਕੋ ਗੱਲ ਆ, ਠੀਕ ਹੈ ਤੂੰ ਮਹਾਤਮਾ ਹੈ,
ਪਰ ਮੈਂ ਤੈਨੂੰ ਪੁੱਤਾਂ ਵਾਂਗੂ ਪਾਲਿਆ, ਤੇਰੀ ਮਾਂ ਬਣ ਕੇ ਪਾਲਿਆ। ਚਚੇਰੀ ਮਾਂ ਆ ਤੇਰੀ ਬੇਸ਼ੱਕ, ਪਰ ਧਰਮ ਦੀ ਕੋਈ ਦੇਖਿਆ ਕੋਈ ਗੁਣ ਤੇ ਦੇ ਨਾ। ਬੜੇ ਔਖੇ ਹੋ ਕੇ ਮਹਾਤਮਾ ਬੁੱਧ ਨੇ ਧਰਮ ਦੀ ਕਣੀ ਤੇ ਬਖਸ਼ੀ, ਪਰ ਉਹਨੇ ਆਖਿਆ ਚਾਚੀ ਜਿਹੜਾ ਮੇਰਾ ਧਰਮ 250-300 ਸਾਲ ਚੱਲਣਾ ਸੀ ਨਾ, ਹੁਣ 50 ਸਾਲ ਵੀ ਨਹੀਂ ਚੱਲਣਾ। ਇਹ ਧਾਰਮਿਕ ਬੰਦਿਆਂ ਦੀ ਸੋਚ ਹੈ। ਪਰ ਬਲਿਹਾਰ ਜਾਈਏ, ਕੁਰਬਾਨ ਜਾਈਏ, ਇਹ ਗੁਰੂ ਨਾਨਕ ਸਾਹਿਬ ਦਾ ਕਿੱਡਾ ਜਿਗਰਾ, ਕਿੱਡੀ ਵੱਡੀ ਦੁਨੀਆ ਦੇ ਸਾਹਮਣੇ ਵਿਚਾਰ ਰੱਖੀ ਕਿ ਭੰਡ ਮੂਆ ਭੰਡ ਭਾਲੀਐ, ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੇ। ਰਾਜਾ ਉਹ ਦੁਨੀਆ ਦੇ ਲੋਕੋ, ਇਸ ਗੱਲ ਨੂੰ ਕਦੀ ਸੋਚ ਕੇ ਵੇਖੋ, ਭੰਡ ਮੈਨਾ ਔਰਤ, ਕਾਹਦਾ ਰਿਸ਼ਤਾ ਜ਼ਿੰਦਗੀ ਦਾ ਔਰਤ ਤੋਂ ਬਿਨਾਂ। ਸਮਾਜ ਦੀ ਸਭ ਜੋ ਕੁਝ ਦੇਣ ਆ, ਜਿੰਨੇ ਰਿਸ਼ਤੇ ਆ ਸਾਂਝਾ ਆ, ਸੰਸਾਰ ਦੀ ਸਾਂਝ ਔਰਤ ਕਰਕੇ ਹੀ ਤੇ ਹੈ। ਪਰ ਜਿਹਨੇ ਗੁਰੂਆਂ ਨੂੰ, ਪੀਰਾਂ ਨੂੰ, ਮਹਾਂਪੁਰਸ਼ਾਂ ਨੂੰ, ਰੱਬ ਦੇ ਪਿਆਰਿਆਂ ਨੂੰ, ਅਵਤਾਰਾਂ ਨੂੰ ਜਨਮ ਦਿੱਤਾ ਹੈ, ਉਹ ਮਾਂ ਥੋੜੋ ਮਾੜੀ ਹੋ ਸਕਦੀ ਹੈ। ਬਲਕਿ ਬਾਣੀ ਆਖਿਆ ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਬੜੀ ਭਾਗਾਂ ਵਾਲੀ ਹੈ ਉਹ ਜਨਨੀ ਬਈ, ਜਿਹਨੇ ਗੁਰੂ ਜਣਿਆ, ਜਿਹਨੇ ਗੁਰੂ ਨੂੰ ਜਨਮ ਦਿੱਤਾ। ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਜਦੋਂ ਮਾਣੀਏ, ਗੁਰਦਾਸਪੁਰ ਇਲਾਕੇ ਦਾ ਪਿੰਡ ਹੈ ਪਿਆਰਿਓ, ਪੱਖੋ ਕੇ ਰੰਧਾਵਾ। ਆਮ ਪੱਖੋ ਕੇ ਕਹਿ ਦਿੰਦੇ, ਕਿਉਂਕਿ ਜਿੰਨੀਆਂ ਗੋਤਾਂ ਨਾ ਸਾਡੀਆਂ ਕਿਸੇ ਵੀ ਬਰਾਦਰੀ ਨਾਲ ਜੁੜੀਆਂ ਹੋਣ, ਉਹਦੇ ਪਿਛੋਕੜ 'ਚ ਕੁਝ ਨਾ ਕੁਝ ਐਸਾ ਹੁੰਦਾ ਹੈ, ਵਕਤ ਦੀ ਆਗੋਸ਼ ਉਹਨੂੰ ਮਿਟ ਜਾਂਦੀ ਹੈ। ਉੱਦਾਂ ਇੱਕ ਕਿਤਾਬ ਹੈ ਮਾਸਟਰ ਮੇਹਰ ਸਿੰਘ ਹੁਰਾਂ ਦੀ, ਡਾਕਟਰ ਸ਼ਿੰਗਾਰਾ ਸਿੰਘ ਹੁਰਾਂ ਦੀ, ਪੰਜਾਬ ਵਿੱਚ ਵਸਦੀਆਂ ਗੋਤਾਂ ਦਾ ਉਹਨਾਂ ਲਿਖਿਆ। ਜਦੋਂ ਰੰਧਾਵੇ ਦਾ ਕਾਲਮ ਪੜ੍ਹੋਗੇ ਨਾ, ਰੰਧਾਵਾ ਕੀ ਹੈ, ਉਹ ਕਹਿੰਦੇ ਇਸ ਖਾਨਦਾਨ 'ਚ ਇੱਕ ਵੱਡਾ ਪਹਿਲਵਾਨ ਹੋਇਆ। ਲੋਕੀ ਉਹਨੂੰ ਰਣ ਦੇ ਵਿੱਚ, ਮੈਦਾਨ ਵਿੱਚ ਜਦੋਂ ਘੁਲਦਿਆਂ ਵੇਖਦੇ ਨਾ, ਹੌਲੀ ਹੌਲੀ ਲੋਕਾਂ ਉਹਦਾ ਨਾਂ ਰੱਖ ਦਿੱਤਾ ਰਣ ਧਾਵਾ। ਰਣ ਨੂੰ ਜਿੱਤ ਲੈਣ ਵਾਲਾ, ਰਣ ਧਾਵਾ ਲਫ਼ਜ਼ ਬਦਲਦਾ ਬਦਲਦਾ ਰੰਧਾਵਾ ਬਣਿਆ, ਔਰ ਅੱਗੇ ਅੰਸ ਬੰਸ ਚੱਲਣ ਕਰਕੇ ਉਹ ਇੱਕ ਕਾਸਟ ਬਣ ਗਈ, ਸਬ ਕਾਸਟ ਬਣ ਗਈ। ਪੱਖੋ ਕੇ ਪਿੰਡ ਮੂਲ ਰੂਪ 'ਚ ਰੰਧਾਵਿਆਂ ਦਾ ਵਸਾਇਆ, ਤਾਂ ਕਰਕੇ ਲੋਕ ਉਹਨੂੰ ਪੱਖੋ ਕੇ ਰੰਧਾਵਾ ਕਹਿੰਦੇ। ਕੁਝ ਖੱਤਰੀ ਪਰਿਵਾਰ ਬਾਹਰੋਂ ਆ ਕੇ ਵਸੇ, ਔਰ ਉਹਨਾਂ ਪਰਿਵਾਰਾਂ ਦੇ ਵਿੱਚ ਇੱਕ ਪਰਿਵਾਰ ਬਾਬਾ ਮੂਲ ਚੰਦ ਹੋਰਾਂ ਦਾ ਹੈ। ਸਤਿਕਾਰਯੋਗ ਬਾਬਾ ਮੂਲ ਚੰਦ ਜੀ, ਉਹਨਾਂ ਦੇ ਪਤਨੀ ਦਾ ਨਾਂ ਆ ਬੀਬੀ ਚੰਦੋ ਰਾਣੀ। ਇਸ ਘਰ ਦੇ ਵਿੱਚ 3 ਬੱਚੇ ਆ। ਸਭ ਤੋਂ ਵੱਡੇ ਸਨ ਸਤਿਕਾਰਯੋਗ ਮਾਤਾ ਮਾਂ ਸੁਲੱਖਣੀ ਸਾਹਿਬ ਜੀ। ਸਾਹਿਬ ਜੀ ਮੈਂ ਤਾਂ ਕਹਿੰਦਾ, ਉਦੋਂ ਇੱਥੇ ਇੱਕ ਸੱਜਣ ਨੇ ਟੋਕਿਆ, ਕਹਿੰਦਾ ਜੀ ਸਾਹਿਬ ਕਹਿਣ ਦੀ ਕੀ ਲੋੜ ਆ। ਉਹਨੂੰ ਹੱਥ ਜੋੜ ਕੇ ਬੇਨਤੀ ਕੀਤੀ, ਵੇਖੋ ਕੱਪੜਾ ਆਮ ਬਿਲਕੁਲ ਸਾਦਾ ਆ, ਪਰ ਜਿਹੜਾ ਕੱਪੜਾ ਗੁਰੂ ਨੂੰ ਛੂਹ ਜਾਏ ਨਾ, ਤੁਸੀਂ ਉਹਨੂੰ ਕੱਪੜਾ ਨਹੀਂ ਕਹਿੰਦੇ, ਉਹਨੂੰ ਰੁਮਾਲਾ ਸਾਹਿਬ ਕਹਿੰਦੇ ਆਪਾਂ। ਮਟੀਰੀਅਲ ਤੋਂ ਹੀ ਲੱਗਾ ਇੱਥੇ ਜਿਹੜਾ ਸਾਡੇ ਘਰਾਂ 'ਚ ਆ, ਪਰ ਇਹਨੂੰ ਬਿਲਡਿੰਗ ਲੱਕੜ ਨਹੀਂ, ਇਹਨੂੰ ਅਸੀਂ ਗੁਰਦੁਆਰਾ ਸਾਹਿਬ ਕਹਿੰਦੇ, ਕਿਉਂਕਿ ਸਾਹਿਬ ਦਾ ਪ੍ਰਕਾਸ਼ ਹੈ ਇੱਥੇ। ਪੀੜਾ ਸਾਹਿਬ, ਚੰਦੋਆ ਸਾਹਿਬ, ਥੜਾ ਸਾਹਿਬ, ਚੌਰ ਸਾਹਿਬ, ਹੋਰ ਤੇ ਹੋਰ। ਸਾਡੇ ਵਰਗੇ ਨਾ ਚੀਜ਼ ਮਾਲਕ ਦੀ ਗੋਚ 'ਚ ਬਹਿੰਦੇ, ਅਸੀਂ ਕਹਿੰਦੇ ਭਾਈ ਸਾਹਿਬ। ਸਾਹਿਬ ਨਾਲ ਜੁੜਿਆ ਹੀ ਸਾਰਾ ਕੁਝ ਆ। ਔਰ ਉਹ ਮਾਂ ਤੇ ਉਹ ਆ ਜਿਹਨੇ ਧੰਨ ਗੁਰੂ ਨਾਨਕ ਸਾਹਿਬ ਨੂੰ ਜਿੰਨਾ ਉਹਨੇ ਮਾਣਿਆ, ਉਹਨਾਂ ਕੀ ਨਾ ਮਾਣਿਆ ਹੋਵੇਗਾ ਜੀ। ਮਾਂ ਸੁਲੱਖਣੀ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ 5 ਸਾਲ ਛੋਟੇ ਆ। 1474 ਦਾ ਪ੍ਰਕਾਸ਼ ਆ, ਜਨਮਿਆ 12 ਅਕਤੂਬਰ 1474 ਈਸਵੀ ਨੂੰ ਮਾਂ ਜੀ ਦਾ ਪ੍ਰਕਾਸ਼ ਹੁੰਦਾ ਹੈ। ਛੋਟੇ 2 ਭਰਾਵਾਂ ਦਾ ਜ਼ਿਕਰ ਜ਼ਰੂਰ ਆਉਂਦਾ ਹੈ, ਨਾਮ ਅੱਗੇ ਉਹਨਾਂ ਦੀ ਇਤਿਹਾਸ ਵਿੱਚ ਕੋਈ ਥਾਂ, ਇਸ ਗੱਲੋਂ ਇਤਿਹਾਸ ਵਿੱਚ ਕਿਤੇ ਕੋਈ ਲਫ਼ਜ਼ ਨਹੀਂ ਹੈ। ਮਾਤਾ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜਿਹੜੇ ਸੱਸ ਜੀ, ਸਹੁਰਾ ਜੀ ਸਤਿਕਾਰਯੋਗ ਬਾਬਾ ਮੂਲ ਚੰਦ, ਬੀਬੀ ਚੰਦੋ ਰਾਣੀ ਜੀ,
ਬਾਬਾ ਮੂਲ ਚੰਦ ਜੀ ਪਟਵਾਰੀ ਦੀ ਕਿਰਤ ਕਰਦੇ ਸਨ ਔਰ ਪਟਵਾਰੀ ਦੀ ਕਿਰਤ ਕਾਰਨ ਪਿੰਡ ਪੱਖੋ ਕੇ ਰੰਧਾਵੇ ਤੋਂ ਉੱਠ ਕੇ ਇਹ ਬਟਾਲੇ ਸ਼ਹਿਰ ਵਿੱਚ ਆ ਕੇ ਵਸੇ। ਉਨੀ ਦਿਨੀ ਬਟਾਲਾ ਛੋਟਾ ਜਿਹਾ ਇੱਕ ਕਸਬਾ ਸੀ, ਇਸ ਕਰਕੇ ਮਹਾਰਾਜ ਦਾ ਜਿਹੜਾ ਵਿਆਹ ਸਥਾਨ ਆ ਉਹ ਸ਼ਹਿਰ ਦੇ ਵਿੱਚ ਆ। ਉੱਦਾਂ ਜਿਹੜਾ ਪਿੰਡ ਆ ਮਹਾਰਾਜ ਦੇ ਸਹੁਰੇ ਪਰਿਵਾਰ ਦਾ ਉਹ ਪੱਖੋ ਕੇ ਰੰਧਾਵਾ ਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਭਾਈਆ ਜੀ ਭਾਈਆ ਜੈ ਰਾਮ ਸਾਹਿਬ, ਉਹਨਾਂ ਦੇ ਕਾਰਨ ਇਹ ਰਿਸ਼ਤਾ ਉਹ ਵਿੱਚ ਪਏ ਔਰ ਬਾਬੇ ਅਜਿੱਤੇ ਰੰਧਾਵੇ ਰਾਹੀਂ ਧੰਨ ਗੁਰੂ ਨਾਨਕ ਸਾਹਿਬ ਦਾ ਰਿਸ਼ਤਾ ਮਾਂ ਸੁਲੱਖਣੀ ਨਾਲ ਹੋਇਆ। ਇਤਿਹਾਸ ਲੰਮੇਰਾ, ਮੈਂ ਛੋਟੀਆਂ ਛੋਟੀਆਂ ਤੂਕਾਂ ਕਹਿਣੀਆਂ। ਅਸੀਂ ਨਾ ਵਿਆਹ ਦਾ ਜਦੋਂ ਇਤਿਹਾਸ ਸੁਣਦੇ ਸੁਣਾਉਂਦੇ ਆ, ਗੁਰੂ ਨਾਨਕ ਸਾਹਿਬ ਸਤਿਗੁਰੂ ਬਰਾਤ ਲੈ ਕੇ ਗਏ, ਉਦੋਂ ਬਰਾਤਾਂ ਰਾਤਾਂ ਰਹਿੰਦੀਆਂ ਸਨ। ਅੰਮ੍ਰਿਤ ਵੇਲੇ ਜਦੋਂ ਆਨੰਦ ਕਾਰਜ ਹੋਣ ਲੱਗਾ ਨਾ, ਉਦੋਂ ਰੀਤ ਚੱਲਦੀ ਸੀ, ਸਾਰੇ ਲੋਕ ਵੇਦੀ ਦੇ ਦੁਆਲੇ ਫੇਰੇ ਲੈਂਦੇ ਸਨ ਔਰ ਪੁਰਾਣਾਂ ਦੀ ਇਹ ਧਾਰਮਿਕ ਇੱਕ ਵਿਚਾਰ ਆ, ਦੇਵੀ ਦੇਵਤਿਆਂ ਦੀ ਜ਼ੁਬਾਨ ਆ ਜਿਹੜੀ ਅਗਨੀ ਆ। ਥੋੜਾ ਜਿਹਾ ਧਿਆਨ ਦੇਣਾ। ਤੁਸੀਂ ਵੇਖਿਆ ਹੋਵੇਗਾ ਲੋਹੜੀ ਵੇਲੇ ਨਾ ਲੋਕ ਲੋਹੜੀ ਦੀ ਅੱਗ ਵਿੱਚ ਕੁਝ ਨਾ ਕੁਝ ਸਮੱਗਰੀ ਪਾਉਂਦੇ ਆ ਨਾ, ਉਹ ਹੁੰਦਾ ਵੀ ਕਿਸੇ ਦੇ ਪ੍ਰਤੀ ਕੁਝ ਦਿੱਤਾ ਗਿਆ ਦਾਨ। ਇਵੇਂ ਵੇਦੀ ਜਿਹੜੀ ਆ ਜਾਂ ਅਗਨੀ ਦੇ ਦੁਆਲੇ ਫੇਰੇ ਇਸ ਲਈ ਲਏ ਜਾਂਦੇ ਆ ਵੀ ਦੇਵੀ ਦੇਵਤਿਆਂ ਦੀ ਗਵਾਹੀ ਆ ਵਿਆਹ ਦੇ ਵਿੱਚ, ਤਾਂ ਕਰਕੇ ਫੇਰੇ ਹੋ ਰਹੇ ਆ। ਔਰ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀ ਤੇ ਵਿਚਾਰ ਹੀ ਇਹ ਸੀ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਹਨਾਂ ਆਖਿਆ ਵੀ ਇਹ ਫੇਰੇ ਇੰਜ ਨਹੀਂ ਹੋਵਣਗੇ, ਫੇਰੇ ਸਾਡੇ ਅਨੁਸਾਰ ਹੋਵਣਗੇ। ਕਿਵੇਂ ਹੋਣੇ ਨੇ? ਮਹਾਰਾਜ ਮੂਲ ਮੰਤਰ ਸਾਹਿਬ ਕਾਗਜ਼ ਦੇ ਉੱਤੇ ਲਿਖਿਆ, ਚੰਦਨ ਦੀ ਚੌਂਕੀ ਤੇ ਰੱਖਿਆ ਤੇ ਫੇਰੇ ਇਹਦੇ ਦੁਆਲੇ ਹੋਣੇ। ਵਿਰੋਧ ਜ਼ਰੂਰ ਹੋਇਆ, ਇਹ ਨਹੀਂ ਵੀ ਵਿਰੋਧ ਨਹੀਂ ਹੋਇਆ, ਕੁਝ ਗੱਲਾਂ ਜ਼ਰੂਰ ਹੋਈਆਂ ਵੀ ਇੰਜ ਨਹੀਂ ਹੋ ਸਕਦਾ। ਡਾਕਟਰ ਅਮਰਜੀਤ ਕੌਰ ਇਬਨ ਪਿੰਡ ਤੋਂ ਨਾ ਉਹਨਾਂ ਇਤਿਹਾਸ ਲਿਖਿਆ ਬੀਬੀ ਮਾਂ ਸੁਲੱਖਣੀ ਜੀ ਦਾ। ਸਿੱਖ ਇਤਿਹਾਸ ਦੇ ਵਿੱਚ ਗੁਰੂ ਪਤਨੀ ਦੇ ਰੂਪ 'ਚ ਔਰਤਾਂ ਜਿਹੜੀਆਂ, ਗੁਰੂ ਭੈਣਾਂ ਦੇ ਰੂਪ ਵਿੱਚ, ਗੁਰੂ ਬੱਚੀਆਂ ਦੇ ਰੂਪ ਵਿੱਚ, ਬੜੇ ਪਿਆਰੇ ਉਹਨਾਂ ਜੀਵਨ ਲਿਖੇ। ਉਹ ਕਹਿੰਦੇ ਆ ਮਾਂ ਸੁਲੱਖਣੀ ਨੇ ਇੱਕ ਵਾਰ ਪਤੀ ਨੂੰ ਇਹ ਨਹੀਂ ਆਖਿਆ ਵੀ ਇਦਾਂ ਕਿਉਂ ਹੋ ਰਿਹਾ। ਕਿੱਡੇ ਕੁ ਸਬਰ ਵਾਲੇ, ਸਿਦਕ ਵਾਲੇ ਸਨ, ਹੁਕਮ ਨੂੰ ਮੰਨਣ ਵਾਲੇ। ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ ਮੇਰੇ ਤੋਂ ਪਹਿਲਾਂ, ਮਹਾਰਾਜ ਦਾ ਇਹ ਸ਼ਬਦ ਆ, ਇਹ ਆਨੜੀਏ ਮਾਨੜਾ ਕਾਏ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸ਼ੋ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੇ ਭੈ ਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਆਂ ਲਾਗੀ ਜਾ ਸ਼ੋ ਧਰੇ ਪਿਆਰੋ। ਇਹਦੇ 'ਚ ਬਚਨ ਆਉਂਦਾ ਆਪ ਗਵਾਈ ਹੈ ਤਾਂ ਸ਼ੋ ਪਾਈ ਹੈ ਔਰ ਕੈਸੀ ਚਤੁਰਾਈ ਸੁੰਦਰ ਸਾਏ ਰੂਪ ਵਿਚਖਣ ਕਹੀਏ ਸਾ ਸਿਆਣੀ। ਆਪਣਾ ਆਪ ਗਵਾਉਣਾ ਭਾਵ ਕੀ ਹੈ? ਮੰਨ ਕੇ ਗੱਲ ਨੂੰ ਤੁਰਨਾ। ਔਰ ਜਿਵੇਂ ਮਹਾਰਾਜ ਕਿਹਾ ਫੇਰੇ ਉਦਾਂ ਹੀ ਲਏ, ਪਰਣਾਏ ਗਏ ਕੱਲੇ ਤਨ ਕਰਕੇ ਨਹੀਂ, ਉਹ ਮਨ ਕਰਕੇ ਵੀ ਮਹਾਰਾਜ ਨਾਲ ਪਰਣਾਏ ਗਏ। ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਵਿਆਹਣ ਤੋਂ ਬਾਅਦ ਸੁਲਤਾਨਪੁਰ ਲੋਧੀ ਆਏ। ਪਹਿਲਾਂ ਬੇਬੇ ਨਾਨਕੀ ਜੀ ਦੇ ਘਰ ਰਹਿੰਦੇ ਸਨ। ਮਹਾਰਾਜ ਜੀ ਦੇ ਵਿਆਹ ਤੋਂ ਬਾਅਦ ਆਪਣਾ ਘਰ ਬਣਿਆ। ਅੱਜ ਉਸ ਗੁਰਦੁਆਰਾ ਸਾਹਿਬ ਦਾ ਨਾਂ ਹੈ ਗੁਰਦੁਆਰਾ ਗੁਰੂ ਕਾ ਬਾਗ, ਸੁਲਤਾਨਪੁਰ ਲੋਧੀ। ਕੁਝ ਦਿਨ ਲੰਘੇ ਤੇ ਮਾਂ ਸੁਲੱਖਣੀ ਜੀ, ਬਾਬਾ ਮਹਿਤਾ ਕਲਿਆਣ ਦਾਸ, ਮਾਂ ਤ੍ਰਿਪਤਾ ਜੀ ਸਾਰੇ ਬੈਠੇ। ਉਹਨਾਂ ਤਲਵੰਡੀ ਨੂੰ ਜਾਣਾ ਵਾਪਸ। ਬੇਬੇ ਬਾਪੂ ਨੇ, ਬਾਬਾ ਕਲਿਆਣ ਦਾਸ ਆਂਦਾ ਹੈ ਮਾਂ ਸੁਲੱਖਣੀ ਜੀ ਨੂੰ, ਧੀਏ ਤੂੰ ਪਰਣਾਈ ਗਈ ਹੈ, ਪੁੱਤ ਸਾਡਾ ਫਕੀਰ ਆ, ਉਦਾਂ ਬਹੁਤ ਸਿਆਣਾ ਆ। ਹੁਣ ਉਹ ਬਾਪ ਦੇ ਰੂਪ ਵਿੱਚ ਕਹਿੰਦੇ ਆ, ਉਹ ਕਹਿੰਦੇ ਆ ਧੀਏ ਨੇ ਬਣਾਇਆ ਕੁਝ ਨਹੀਂ ਗਾ, ਸਾਂਭਿਆ ਕੁਝ ਨਹੀਂ, ਕਿਰਤ ਬੜੇ ਚਿਰ ਦੀ ਕਰਦਾ ਏ, ਮੋਦੀ ਖਾਨੇ ਵਿੱਚ ਆਲਾ ਦਰਜੇ ਦੀ ਨੌਕਰੀ ਤੇ ਹੈ, ਪਰ ਮੈਨੂੰ ਇੰਨਾ ਪਤਾ ਵੀ ਇਹਨੇ ਰੁਪਈਆ ਦਮੜਾ ਕੋਈ ਨਹੀਂ ਜੋੜਿਆ। ਉਦੋਂ ਕਰੰਸੀ ਦਾ ਨਾਂ ਸੀ ਰਜਤਪਣ।
ਰਸਤਪਣ ਕੋਈ ਨਹੀਂ ਇਹਦੇ ਕੋਲ। ਮਾਂ ਸੁਲੱਖਣੀ ਹੱਥ ਜੋੜ ਕੇ ਆਖਿਆ, ਪਿਤਾ ਜੀ ਤੁਹਾਡਾ ਬਚਨ ਸੱਚ ਆ, ਪਰ ਮੈਂ ਪ੍ਰਣਾਈ ਗਈ, ਜੁੜ ਗਈ। ਹੁਣ ਭਾਵੇਂ ਭੁੰਜੇ ਬਿਠਾ ਲੈਣ ਤੇ ਭਾਵੇਂ ਅਰਸ਼ਾਂ ਤੇ ਬਿਠਾ ਲੈਣ, ਮੈਂ ਤੇ ਉਹਨਾਂ ਦੇ ਚਰਨਾਂ ਦੀ ਦਾਸੀਆਂ, ਹੋਰ ਕੁਝ ਨਹੀਂ। ਸੁਲਤਾਨਪੁਰ ਤੁਸੀਂ ਜਾਓਗੇ ਨਾ ਜੀ, ਚਲੋ ਸਾਡਾ ਇਲਾਕਾ ਉਹਨਾਂ ਥਾਵਾਂ ਰਹਿੰਦੇ ਆ, ਸੁਲਤਾਨਪੁਰ ਦੀ ਗਲੀ ਗਲੀ ਦੀ ਇਹ ਆਵਾਜ਼ ਅੱਜ ਵੀ, ਮਹਾਰਾਜ ਗੁਰੂ ਨਾਨਕ ਸਾਹਿਬ ਜਦੋਂ ਪਤਨੀ ਨੂੰ ਆਵਾਜ਼ ਵੀ ਦਿੰਦੇ ਨਾ, ਇਤਿਹਾਸ ਦੇ ਬੋਲ ਆ, ਮਹਾਰਾਜ ਆਵਾਜ਼ ਦੇ ਕੇ ਇਹ ਕਿਹਾ ਕਰਦੇ ਸਨ, ਪਰਮੇਸ਼ਰ ਦੀਏ ਸੁਲੱਖਣੀਏ ਗੱਲ ਸੁਣ, ਐ ਰੱਬ ਦੀ ਸੁਲੱਖਣੀਏ ਗੱਲ ਸੁਣ। ਜਦੋਂ ਮਹਾਰਾਜ ਆਵਾਜ਼ ਦਿੰਦੇ, ਗੁਰੂ ਦੀ ਸੁਲੱਖਣੀ, ਰੱਬ ਦੀ ਸੁਲੱਖਣੀ, ਪਰਮੇਸ਼ਰ ਦੀ ਸੁਲੱਖਣੀ ਕਹਿ ਕੇ ਆਵਾਜ਼ ਦਿੰਦੇ। ਬਾਪੂ ਜੀ ਵਾਪਸ ਮੁੜਨ ਲੱਗੇ, ਕਹਿਣ ਲੱਗੇ, ਪੁੱਤ ਘਰ ਬਣਾਉਣੇ ਬੜੇ ਔਖੇ ਆ, ਵਿਆਹ ਹੋ ਗਿਆ, ਹੁਣ ਧਿਆਨ ਦਈ, ਥੋੜਾ ਬਹੁਤਾ ਧਨ ਦੌਲਤ ਵੀ ਜਮਾ ਕਰਨਾ ਹੈ, ਪਰ ਤੂੰ ਕਮਾਇਆ ਕੁਝ ਨਹੀਂ ਨਾ। ਗੁਰੂ ਨਾਨਕ ਸਾਹਿਬ ਕਹਿੰਦੇ, ਬਾਪੂ ਜੀ ਅੱਜ ਦਾ ਦਿਨ ਰਹੋ, ਸਵੇਰੇ ਚਲੇ ਜਾਇਓ, ਪਰ ਮੈਂ ਦੱਸਾਂ ਤੁਹਾਡੇ ਪੁੱਤ ਨੇ ਖਟਿਆ ਕੀ, ਕਮਾਇਆ ਕੀ। ਸ਼ਾਮ ਵੇਲਾ ਪਿੰਡੋਂ ਬਾਹਰ ਬੜੀਆਂ ਹੋਈਆਂ ਗਰੀਬਾਂ ਦੀਆਂ ਬਸਤੀਆਂ, ਛੋਟੀਆਂ ਛੋਟੀਆਂ ਕੱਖਾਂ ਦੀਆਂ ਪਾਈਆਂ ਹੋਈਆਂ ਛੱਤਾਂ, ਕੱਚੀਆਂ ਕੰਧਾਂ। ਸ਼ਾਮ ਵੇਲਾ ਗੁਰੂ ਨਾਨਕ ਸਾਹਿਬ ਬੇਬੇ ਬਾਪੂ ਨੂੰ ਤੇ ਆਪਣੀ ਪਤਨੀ ਮਾਂ ਸੁਲੱਖਣੀ ਜੀ ਨੂੰ ਲੈ ਕੇ ਉਸ ਪਾਸੇ ਨੂੰ ਗਏ। ਜਿਹੜਾ ਬਸਤੀ ਜਦੋਂ ਪਹੁੰਚਣ ਦੀ ਦੇਰ ਆ, ਇੱਕਦਮ ਆਵਾਜ਼ ਗੂੰਜ ਉੱਠੀ, ਧੰਨ ਗੁਰੂ ਨਾਨਕ ਸਾਹਿਬ ਆ ਗਏ। ਅੱਖਾਂ ਭਰ ਗਈਆਂ ਸੁਲਤਾਨਪੁਰ ਦੇ ਲੋਕਾਂ ਦੀਆਂ, ਮਹਾਰਾਜ ਸਾਡੇ ਗਰੀਬਾਂ ਦੀ ਬਸਤੀ 'ਚ। ਹੱਥ ਜੋੜ ਜੋੜ ਕੇ ਬਾਬੇ ਨੂੰ ਤੇ ਨਮਸਕਾਰਾਂ ਹੋਣੀਆਂ ਹੀ ਆ। ਕੋਈ ਔਰਤ ਆ ਕੇ ਮਾਂ ਸੁਲੱਖਣੀ ਅੱਗੇ ਹੱਥ ਜੋੜ ਕੇ ਆਂਦੀ ਹੈ, ਤੂੰ ਬਹੁਤ ਭਾਗਾਂ ਵਾਲੀ ਹੈ ਜਿਹੜੀ ਬਾਬੇ ਨਾਨਕ ਨਾਲ ਪ੍ਰਣਾਈ ਗਈ ਹੈ। ਇੱਕ ਗੱਲ ਦੱਸਾਂ ਸੁਲੱਖਣੀ ਹੈ, ਤੇਰੇ ਪਤੀ ਕਰਕੇ ਸਾਡੇ ਘਰ ਦਾ ਚੁੱਲ੍ਹਾ ਬਲਦਾ ਹੈ, ਨਹੀਂ ਤੇ ਸਾਡੇ ਬੱਚੇ ਭੁੱਖੇ ਲੰਘ ਚੱਲੀ ਸੀ ਜ਼ਿੰਦਗੀ। ਕੋਈ ਇੱਧਰੋਂ ਆ ਕੇ ਮਾਂ ਤ੍ਰਿਪਤਾ ਦੇ ਚਰਨ ਪਰਸਦਾ ਹੈ, ਬਾਬੇ ਕਾਲੂ ਜੀ ਦੇ ਚਰਨ ਪਕੜਦਾ ਹੈ, ਬਾਪੂ ਜੀ ਤੁਹਾਡਾ ਪੁੱਤ ਬਹੁਤ ਚੰਗਾ ਹੈ, ਇਹਦਾ ਕਰਕੇ ਰੋਟੀ ਮਿਲਦੀ ਹੈ, ਮੇਰੇ ਬੱਚੇ ਹੀ ਇਹਦਾ ਕਰਕੇ ਪਲਦੇ ਆ। ਪੂਰੀ ਬਸਤੀ 'ਚ ਘੁੰਮ ਆਏ। ਗੁਰੂ ਨਾਨਕ ਸਾਹਿਬ ਕਹਿੰਦੇ, ਬਾਪੂ ਜੀ ਆਹ ਖਟਿਆ, ਤੇ ਮਾਂ ਸੁਲੱਖਣੀ ਨੂੰ ਆਂਦੇ ਆ, ਸੱਚ ਵਿੱਚ ਫਕੀਰਾਂ ਦੀ ਇਹ ਜ਼ਿੰਦਗੀ ਹੈ, ਮੇਰੇ ਨਾਲ ਜ਼ਿੰਦਗੀ ਗੁਜ਼ਾਰਨੀ ਹੈ ਨਾ ਤੂੰ, ਯਾਦ ਰੱਖੀ ਇਸ ਘਰ 'ਚ ਆਇਆ ਕਦੇ ਕੋਈ ਖਾਲੀ ਨਾ ਮੁੜੇ। 7 ਬਚਨ ਆਖੇ। 13 ਸਾਲ ਤਕਰੀਬਨ, ਚਲੋ ਉਹਦਾ 13 ਸਾਲ 9 ਮਹੀਨੇ ਤੇ 14 ਦਿਨ ਲਿਖਿਆ ਹੋਇਆ ਬੇਰ ਸਾਹਿਬ ਨਾ, ਇਹਨਾਂ ਲਫ਼ਜ਼ ਲਿਖੇ, ਅੰਦਾਜ਼ਾ ਕਹੀਏ ਵੀ 14 ਸਾਲ ਮਾਂ ਸੁਲੱਖਣੀ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਨਿੱਘ ਮਾਣਿਆ। ਇੱਕ ਦਿਨ ਉਹ ਆਇਆ ਜਿਸ ਦਿਨ ਮਹਾਰਾਜ ਵੇਈ ਨਦੀ ਦੇ ਵਿੱਚ ਪ੍ਰਵੇਸ਼ ਕਰਦੇ, ਪੂਰੇ ਸੁਲਤਾਨਪੁਰ ਨਾਲ ਰੌਲਾ ਪੈ ਗਿਆ ਵੀ ਬਾਬਾ ਨਾਨਕ ਡੁੱਬ ਗਿਆ। ਬਈ ਬਾਬੇ ਕਲਿਆਣ ਦਾਸ ਦਾ ਪੁੱਤ ਡੁੱਬ ਗਿਆ। ਬੜੇ ਗੋਤਾਖੋਰ ਭੇਜੇ ਵੀ ਵੇਖੋ ਕਿਤੇ ਨਜ਼ਰ ਪਏ। ਲੋਕਾਂ ਆਖਿਆ ਕੋਈ ਵੱਡੀ ਸ਼ੈ ਜਿਹੜੀ ਉਹ ਸਰੀਰ ਨੂੰ ਖਾ ਗਈ। ਕੋਈ ਭਾਈ ਮਰਦਾਨੇ ਨੂੰ ਪੁੱਛਦਾ, ਤੇ ਲੋਕ ਨਾ ਇੰਜ ਹੋਇਆ ਵੀ ਜਿਵੇਂ ਮਹਾਰਾਜ ਨੂੰ ਕੁਝ ਹੋਇਆ। ਲੋਕ ਨਾ ਮਾਤਮ ਪੁਰਸ਼ੀ ਲਈ, ਜਿਵੇਂ ਕਿਸੇ ਮਰਗ ਵਾਲੇ ਘਰ 'ਚ ਜਾਈਦਾ, ਇੰਜ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਇਕੱਠੇ ਹੋ ਰਹੇ ਆ। ਲੋਕੀ ਅੱਖਾਂ ਭਰ ਭਰ ਕੇ ਰੋ ਰੋ ਕੇ ਕਹਿ ਰਹੇ ਬਾਬਾ ਨਾਨਕ ਨੂੰ ਕੁਝ ਹੋ ਗਿਆ। ਇੱਕ ਪਾਸੇ ਨਨਾਣ ਭਰਜਾਈ ਭਾਵ ਬੇਬੇ ਨਾਨਕੀ ਤੇ ਮਾਂ ਸੁਲੱਖਣੀ ਜੀ ਬੜੇ ਆਨੰਦ 'ਚ ਬੈਠੇ ਆ। ਲੋਕਾਂ ਦੇ ਮਨ 'ਚ, ਆਪਾਂ ਪਰਿਵਾਰਾਂ 'ਚ ਵਿਚਰਦੇ, ਆਮ ਕਿਹਾ ਜਾਂਦਾ ਨਾ ਵੀ ਕਿਸੇ ਨੂੰ ਡਾਢੀ ਸੱਟ ਵੱਜੇ ਨਾ, ਇੱਕਦਮ ਕੋਈ ਗੱਲ ਇਦਾਂ ਦੀ ਹੋਵੇ, ਆਪਾਂ ਕਹਿੰਦੇ ਇਹਦਾ ਮਨ ਪੱਥਰ ਹੋ ਗਿਆ, ਇਹਨੂੰ ਰਵਾਓ ਕਿਸੇ ਤਰ੍ਹਾਂ। ਪਹਿਲਾਂ ਤੇ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਸੀ ਵੀ ਆਹ ਪਰਿਵਾਰ ਨੂੰ ਸੱਦ ਕੇ ਲਿਆਓ, ਸਿਆਪਾ ਕਰੇਗੀ, ਉਹ ਵੈਣ ਇਸ ਤਰੀਕੇ ਨਾਲ ਪਾਏਗੀ, ਨਾ ਚਾਹੁੰਦਿਆਂ ਵੀ ਰੋਣ ਆ ਜਾਏ। ਬੜੀਆਂ ਭੈਣਾਂ ਬੱਚੀਆਂ ਸਲਾਹ ਕੀਤੀ ਵੀ ਕਿਸੇ ਤਰ੍ਹਾਂ ਰਵਾਓ ਇਹਨੂੰ, ਇਹਦਾ ਮਨ ਪੱਥਰ ਹੋ ਗਿਆ। ਕੋਈ ਵੈਣ ਪਾਉਂਦਾ ਮਾਂ ਸੁਲੱਖਣੀ ਨੂੰ, ਬੇਟਾ ਰੋਜ਼ ਸ਼ਾਮ ਨੂੰ ਉਡੀਕਦੀ ਸੈ ਨਾ, ਤੇਰਾ ਪਤੀ ਆਏਗਾ, ਆ ਤੇਰੇ ਨਿੱਕੇ ਨਿੱਕੇ ਬੱਚੇ ਆ,
ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਸਾਹਿਬ, ਇਹਨਾਂ ਨੂੰ ਆ ਕੇ ਚੁੱਕੇਗਾ ਸੁਲੱਖਣੀਏ, ਹੁਣ ਮੋਦੀ ਖਾਨੇ ਤੋਂ ਕਿਸੇ ਨੇ ਨਹੀਂ ਆਇਆ ਕਰਨਾ ਤੇਰੇ ਲਈ। ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ, ਸਾਰਿਆਂ ਆਪੋ ਆਪਣੀ ਗੱਲ ਜਦੋਂ ਕਹਿ ਲਈ ਨਾ, ਮਾਂ ਸੁਲੱਖਣੀ ਹੱਥ ਜੋੜ ਕੇ ਆਂਦੀ ਆ, ਤੁਹਾਨੂੰ ਜੀ ਆਇਆਂ ਨੂੰ। ਇਹ ਗੁਰੂ ਨਾਨਕ ਸਾਹਿਬ ਦਾ ਘਰ ਆ, ਪਰ ਇੱਕ ਗੱਲ ਯਾਦ ਰੱਖਿਓ, ਇਹ ਭਰੋਸਾ ਕਰਕੇ ਜਾਣੋ, ਜਿਹੜਾ ਸਾਰੀ ਦੁਨੀਆ ਨੂੰ ਤਾਰਨ ਵਾਲਾ ਹੈ, ਉਹ ਨਹੀਂ ਉਹ ਡੁੱਬ ਸਕਦਾ, ਉਹ ਨਹੀਂ ਡੁੱਬ ਸਕਦਾ, ਉਹ ਤੇ ਦੁਨੀਆ ਨੂੰ ਤਾਰਨ ਹਿੱਤ ਆਇਆ। ਤੀਸਰੇ ਦਿਨ ਫਿਰ ਰੌਲਾ ਪੈ ਗਿਆ, ਗੁਰੂ ਨਾਨਕ ਸਾਹਿਬ ਸ਼ਮਸ਼ਾਨ ਘਾਟ 'ਚ ਬੈਠੇ ਆ, ਵੀ ਉਹ ਤੇ ਜਿਉਂਦੇ ਜਾਗਦੇ ਆ। ਸਾਰਾ ਸੁਲਤਾਨਪੁਰ ਦੌੜਿਆ, ਬਾਬਾ ਜੀ ਇੱਥੇ ਕਿਉਂ? ਮਹਾਰਾਜ ਉਪਦੇਸ਼ ਦਿੱਤਾ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਭਰੋਸਾ, ਸਿਦਕ, ਸਬਰ, ਇੰਨੀ ਰੂਹਾਨੀਅਤ ਕਰਕੇ ਮਾਂ ਸੁਲੱਖਣੀ ਮਾਣਿਆ। ਇੱਕ ਦਿਨ ਉਹ ਆਇਆ ਜਿਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਬੇਬੇ ਨਾਨਕੀ ਜੀ ਨੂੰ ਆਂਦੇ ਆ, ਭੈਣ ਜੀ ਤੁਹਾਡੀਆਂ ਕੁਝ ਜ਼ਿੰਮੇਵਾਰੀਆਂ ਲਾਉਣੀਆਂ। ਭੈਣ ਨੇ, ਬੇਬੇ ਜੀ ਨੇ ਦੁਪੱਟੇ ਦੀ ਝੋਲੀ ਅੱਗੇ ਫੈਲਾਈ, ਕਹਿਣ ਲੱਗੀ, ਵੀਰ ਜੀ ਦੱਸੋ, ਮੈਂ ਤੁਹਾਨੂੰ ਵੀਰ ਨਹੀਂ, ਤੁਹਾਨੂੰ ਪੀਰ ਕਰਕੇ ਜਾਣਿਆ, ਜੋ ਆਖੋ। ਕਹਿਣ ਲੱਗੇ, ਮੇਰੀਆਂ ਜ਼ਿੰਮੇਵਾਰੀਆਂ ਦੀ ਰਮਤਾ ਆ, ਚੜਿਆ ਸੋਧਣ ਧਰਤ ਲੁਕਾਈ, ਦੁਨੀਆ ਨੂੰ ਤਾਰਨ ਲਈ, ਅਕਾਲ ਪੁਰਖ ਦੇ ਘਰ ਦਾ ਉਪਦੇਸ਼ ਦੇਣ ਲਈ ਮੈਂ ਤੁਰਨਾ ਆ। ਪਰਿਵਾਰ ਦਾ, ਇਹਨਾਂ ਭਤੀਜਿਆਂ ਦਾ ਧਿਆਨ ਰੱਖਿਓ। 7 ਬਚਨ ਹੈ ਮਹਾਰਾਜ। ਮਾਂ ਸੁਲੱਖਣੀ ਆਖਿਆ, ਮਹਾਰਾਜ ਮੇਰੇ ਲਈ ਕੀ ਹੁਕਮ ਆ? ਸੱਚੇ ਪਾਤਸ਼ਾਹ ਕਹਿੰਦੇ ਆ, ਦੋਨੋਂ ਟਾਈਮ, ਦੋਨੋਂ ਸਮੇਂ ਸਤ ਸੰਗਤ ਉਦਾਂ ਹੀ ਹੋਵੇ ਜਿਵੇਂ ਮੇਰੇ ਸਮੇਂ ਹੁੰਦਾ ਹੈ, ਪਰ ਅੱਜ ਤੋਂ ਬਾਅਦ ਸੰਗਤ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਆ। ਬੜਾ ਪਿਆਰਾ ਇਤਿਹਾਸਕ ਬੋਲ ਆ ਜੀ ਇਹ ਸੁਲਤਾਨਪੁਰ ਸਾਹਿਬ ਦਾ। ਹੁਣ ਮਾਂ ਸੁਲੱਖਣੀ ਤੇ ਬੇਬੇ ਨਾਨਕੀ ਜੀ ਦੀ ਵੱਡੀ ਜ਼ਿੰਮੇਵਾਰੀ ਇਹ ਸੀ, 2 ਟਾਈਮ ਪ੍ਰਸ਼ਾਦਾ ਪਕਾਉਣਾ ਆਈ ਸੰਗਤ ਵਾਸਤੇ। ਇੱਕ ਦਿਨ ਮਾਂ ਸੁਲੱਖਣੀ ਜੀ ਕਹਿੰਦੇ, ਸੱਚੇ ਪਾਤਸ਼ਾਹ ਆਪੇ ਤੁਸੀਂ ਉਪਦੇਸ਼ ਦਿੰਦੇ ਆ, ਕਹਿੰਦੇ ਹੋ ਪੰਛੀ 2 ਖੰਭਾਂ ਨਾਲ ਉੱਡਦਾ, 1 ਖੰਭ ਨਾਲ ਨਹੀਂ ਉੱਡ ਸਕਦਾ। ਮਹਾਰਾਜ ਸਾਡੇ ਕੋਲ ਸੇਵਾ ਦਾ ਖੰਭ ਤਾਂ ਹੈ, ਸਿਮਰਨ ਦਾ, ਭਜਨ ਬੰਦਗੀ ਦਾ, ਤੇਰੀ ਸੰਗਤ ਦਾ ਪੰਖ ਤੇ ਹੈ ਹੀ ਨਹੀਂ, ਖੰਭ ਤੇ ਹੈ ਹੀ ਨਹੀਂ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ, ਬਹੁਤ ਜ਼ਰੂਰੀ ਹੈ ਸੰਗਤ ਕਰਨੀ, ਪਰ ਆਪਣੇ ਸਮੇਂ ਨੂੰ ਇਦਾਂ ਬਣਾ ਲਓ, ਸੇਵਾ ਵੀ ਹੋ ਜਾਏ, ਸਿਮਰਨ ਵੀ ਹੋ ਜਾਏ। ਹੋ ਸਕੇ ਤੇ ਸੁਲੱਖਣੀ ਜੀ ਆਈ ਹੋਈ ਸੰਗਤ ਦੇ ਨਾ ਜੋੜੇ ਜ਼ਰੂਰ ਝਾੜਿਓ। ਇਹਨਾਂ ਜੋੜੇ ਝਾੜਨ ਦੀ ਸੇਵਾ ਵਿੱਚੋਂ ਹੀ ਅਕਾਲ ਪੁਰਖ ਦੀਆਂ ਰਹਿਮਤਾਂ ਆ। ਹੁਣ ਆਖਿਆ ਮਾਂ ਸੁਲੱਖਣੀ ਜੀ ਨੂੰ, ਅਸੀਂ ਚੱਲੇ ਆ, ਤੁਸੀਂ ਇੱਥੇ ਗੁਰੂ ਦੀ ਸੰਗਤ ਕਰਨੀ। ਤੇ ਜਿਹੜੀ ਪਹਿਲੀ ਪ੍ਰਚਾਰਕ ਫੇਰੀ ਹੈ ਨਾ ਜੀ ਮਹਾਰਾਜ ਦੀ, ਉਹ ਤਕਰੀਬਨ ਪੌਣੇ 8 ਸਾਲ ਆ। 6500 ਮੀਲ ਦਾ ਸਫ਼ਰ ਉਦਾਂ ਲਿਖਿਆ ਵਿਦਵਾਨਾਂ, ਪੌਣੇ 8 ਸਾਲ। ਧਿਆਨ ਦਿਓ, ਕਿਹੜਾ ਅੱਜ ਵਰਗੇ ਸਾਧਨ ਸਨ, ਉਦੋਂ ਕਿਹੜਾ ਚਿੱਠੀਆਂ ਪੱਤਰਾਂ ਦਾ ਜ਼ਮਾਨਾ ਹੈ ਜਾਂ ਮੀਡੀਆ ਦਾ ਜ਼ਮਾਨਾ ਹੈ। ਗੁਰੂ ਬਾਬਾ ਜੀ ਗਏ ਆ, ਔਰ ਪੌਣੇ 8 ਸਾਲ ਬਾਅਦ ਉਹ ਤੋਂ ਵੱਡੇ ਹੋ ਗਏ। ਮਾਂ ਸੁਲੱਖਣੀ ਜੀ ਨੂੰ ਜਦੋਂ ਆ ਕੇ ਮਿਲੇ ਨਾ, ਸੁਲਤਾਨਪੁਰ ਦੀ ਸੰਗਤ ਵੇਖੀ, ਜਿੰਨੀ ਮਹਾਰਾਜ ਛੱਡ ਕੇ ਗਏ, ਸਾਜ ਕੇ ਗਏ, ਉਦੋਂ ਕਈ ਗੁਣਾ ਸੰਗਤ ਮਾਂ ਸੁਲੱਖਣੀ ਨੇ ਵਧਾ ਦਿੱਤੀ। ਔਰ ਮਾਂ ਸੁਲੱਖਣੀ ਦੇ ਉਪਦੇਸ਼ ਨੂੰ ਸੰਗਤਾਂ ਗੁਰੂ ਦਾ ਉਪਦੇਸ਼ ਕਰਕੇ ਜਾਣਦੀਆਂ। ਕੁਝ ਸਮਾਂ ਮਾਤਾ ਜੀ ਬੱਚਿਆਂ ਸਮੇਤ ਤਲਵੰਡੀ, ਕੁਝ ਸਮਾਂ ਬਟਾਲੇ ਰਹੇ। ਦੂਜੀ ਪ੍ਰਚਾਰਕ ਫੇਰੀ ਤੋਂ ਬਾਅਦ ਮਹਾਰਾਜ ਪਰਿਵਾਰ ਨੂੰ ਫਿਰ ਪੱਖੋਂ ਕੇ ਆ ਕੇ ਮਿਲੇ ਬਟਾਲੇ ਦੀ ਧਰਤੀ ਤੇ। ਇਹ ਭਾਈ ਅਜਿੱਤੇ ਰੰਧਾਵੇ ਦਾ ਬਾਗ ਆ, ਜਿੱਥੇ ਮਹਾਰਾਜ ਆਪਣੇ ਸੱਸ ਸਹੁਰੇ ਨੂੰ ਔਰ ਪਤਨੀ ਤੇ ਬੱਚਿਆਂ ਨੂੰ ਮਿਲੇ। ਦੂਜੀ ਉਦਾਸੀ ਚ ਮਹਾਰਾਜ ਕਿਹਾ, ਸਾਡਾ ਮਨ ਆ ਅਸੀਂ ਇੱਕ ਨਗਰ ਵਸਾਈਏ। ਰਾਵੀ ਦੇ ਕੰਢੇ ਤੇ ਪਿਆਰੇ ਹੋਏ ਨਗਰ ਵਸਿਆ, ਜਿਹਨੂੰ ਅੱਜ ਕੱਲ ਕੋਰੀਡੋਰ ਖੁੱਲਿਆ, ਜਿਹੜਾ ਕਰਤਾਰਪੁਰ ਸਾਹਿਬ ਆਨੇ ਆਪਾਂ। ਦੂਜੀ ਉਦਾਸੀ ਦੇ ਅਖੀਰ ਵਿੱਚ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਈਜ਼ਾਦ ਕੀਤਾ, ਉਹਨੂੰ ਵਸਾਉਣਾ ਸ਼ੁਰੂ ਕੀਤਾ। ਕੁਝ ਮਹੀਨੇ ਰਹਿ ਕੇ ਮਹਾਰਾਜ ਤੀਜੀ ਉਦਾਸੀ ਲਈ ਗਏ।
मगर सब तो वड्डी जिम्मेवारी ब्रह्म ਗਿਆਨੀ बाबा बुढ़ा साहब की और उन्हों की अंश बंश की लगी। ਤੇ ਮਾਂ ਸੁਲੱਖਣੀ ਜੀ ਤੇ ਜ਼ਿੰਮੇਵਾਰੀਆਂ ਨਿਭਾਉਂਦੇ ਸਨ। ਮੈਂ ਛੋਟਾ ਜਿਹਾ ਇੱਕ ਇਤਿਹਾਸ ਦਾ ਬੋਲ ਕਹਿ ਕੇ ਸਮਾਪਤੀ ਕਰਾਂ। ਗੁਰਮੁਖ ਪਿਆਰਿਆਂ, ਇੱਕ ਸ਼ਬਦ ਪੜ੍ਹਨਾ ਭਾਈ ਸਤਵਿੰਦਰ ਸਿੰਘ ਹੋਰਾਂ। ਜਦੋਂ ਚੌਥੀ ਉਦਾਸੀ ਹੈ ਨਾ, ਮਹਾਰਾਜ ਕਰਤਾਰਪੁਰ ਸਾਹਿਬ ਕਹਿ ਲਓ, ਜਿਹੜੇ 18 ਵਰੇ ਮਹਾਰਾਜ ਕਰਤਾਰਪੁਰ ਸਾਹਿਬ ਲੰਘਾਉਂਦੇ ਆ, ਉਹਨਾਂ 18 ਸਾਲਾਂ ਦੇ ਵਿੱਚ ਵੱਡਾ ਜਿਹੜਾ ਉਸ ਵੇਲੇ ਰੌਲਾ ਰੱਪਾ ਕਹਿ ਲਓ ਜਾਂ ਬਹੁਤੀ ਗੱਲਬਾਤ ਜੋਗੀਆਂ ਦੀ ਰਹੀ। ਆਪਾਂ ਪੜ੍ਹਦੇ ਹਾਂ ਕਿਉਂਕਿ ਗੁਰਦਾਸਪੁਰ ਦਾ ਇਲਾਕਾ ਹੈ ਜਿੱਥੇ ਮਹਾਰਾਜ ਦੀ ਆਖਰੀ ਵਿਚਾਰ ਜੋਗੀਆਂ ਨਾਲ ਹੋਈ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ, ਆਖੇ ਜੋਗੀ ਭੰਗਰਨਾਥ ਤੋਏ ਦੁੱਧ ਵਿੱਚ ਕਿਉਂ ਕਾਂਜੀ ਪਾਈ, ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ, ਬਾਬਾ ਆਖੇ ਨਾਥ ਜੀ ਤੇਰੀ ਮਾਂ ਕੁਚੱਜੀ ਆਹੀ। ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਜਦੋਂ ਜੋਗੀਆਂ ਦੀ ਵਿਚਾਰ ਹੋ ਗਈ ਨਾ, ਅਖੀਰ ਜੋਗੀ ਕਹਿੰਦੇ ਆ, ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਨਾ ਜੋਗੀਆਂ ਦਾ ਆਉਣਾ ਸ਼ੁਰੂ ਹੋਇਆ ਕਰਤਾਰਪੁਰ ਸਾਹਿਬ। ਮਹਾਰਾਜ ਇੱਕ ਦਿਨ ਕਿਸੇ ਕਾਰਜ ਘਰੋਂ ਦੂਰ ਆ ਜਾਂ ਬਾਹਰ ਆ ਕਹਿ ਲਓ, ਮਹਾਰਾਜ ਦੀ ਗੈਰ ਮੌਜੂਦਗੀ ਦੇ ਵਿੱਚ ਜੋਗੀਆਂ ਦਾ ਇੱਕ ਕਾਫਲਾ ਜਾਂ ਜੋਗੀ ਇਕੱਠੇ ਹੋ ਕੇ ਨਾ ਕਰਤਾਰਪੁਰ ਸਾਹਿਬ ਆਏ। ਉਹਨਾਂ ਮਨ ਵਿੱਚ, ਕਿਉਂਕਿ ਸ਼ਰਾਰਤੀ ਸਨ, ਰਿਧੀਆਂ ਸਿੱਧੀਆਂ ਜਾਣਦੇ ਸਨ, ਔਰ ਜੋਗੀਆਂ ਦੇ ਮਨ ਵਿੱਚ ਇੱਕ ਵਿਚਾਰ ਚੱਲੀ ਵੀ ਪਰਖ ਕੇ ਵੇਖੀਏ, ਹਾਂ ਗੁਰੂ ਸਾਹਿਬ ਦੇ ਪੁੱਤ ਬੈਠੇ ਆ, ਗੁਰੂ ਸਾਹਿਬ ਦੀ ਪਤਨੀ ਆ, ਇਹਨਾਂ ਦੇ ਪੱਲੇ ਕੁਝ ਹੈ ਕਿ ਨਹੀਂ ਹੈ। ਮਾਂ ਸੁਲੱਖਣੀ ਨੂੰ ਕਹਿਣ ਲੱਗੇ, ਮਾਤਾ ਜੀ ਪ੍ਰਸ਼ਾਦਾ ਛਕਣਾ। ਮਾਤਾ ਜੀ ਕਹਿਣ ਲੱਗੇ, ਆਓ ਜੋਗੀ ਰਾਜ, ਜੀ ਆਇਆਂ ਨੂੰ ਰੱਬ ਦੇ ਪਿਆਰਿਓ, ਬੈਠੋ। ਪ੍ਰਸ਼ਾਦੇ ਦੀ ਤਿਆਰੀ ਕੀਤੀ ਤੇ ਜੋਗੀਆਂ ਨੂੰ ਪ੍ਰਸ਼ਾਦਾ ਵਰਤਾਇਆ। ਦੋ ਜੋਗੀ ਇਦਾਂ ਦੇ ਸਨ, ਰਿਧੀ ਸਿੱਧੀ ਵਾਲੇ, ਜਿੰਨੇ ਪ੍ਰਸ਼ਾਦੇ ਮਾਤਾ ਜੀ ਰੱਖਣ ਉਹ ਆਪਣੀ ਰਿਧੀ ਸਿੱਧੀ ਦੇ ਬਲ ਦੇ ਨਾਲ ਪ੍ਰਸ਼ਾਦੇ ਛਕੀ ਜਾਣ। ਮਾਤਾ ਜੀ ਪਕਾਈ ਗਏ। ਜੋਗੀ ਇੱਕ ਸ਼ਰਾਰਤ ਵਿੱਚ ਬੋਲਿਆ, ਕਹਿਣ ਲੱਗੇ, ਅੱਜ ਵੇਖਦੇ ਆ ਗੁਰੂ ਨਾਨਕ ਸਾਹਿਬ ਦੇ ਘਰੋਂ ਭੁੱਖੇ ਜਾਣਾ ਪੈਂਦਾ ਕਿ ਮਾਂ ਰਜਾ ਕੇ ਭੇਜਦੀ ਹੈ। ਹੁਣ ਮਾਂ ਸੁਲੱਖਣੀ ਉਹ ਗੁਰੂ ਕੀ ਮਹਾਨ ਰੱਬ ਨੂੰ ਪ੍ਰੇਮ ਕਰਨ ਵਾਲੀ ਹੈ, ਗੁਰੂ ਨਾਨਕ ਸਾਹਿਬ ਦੀ, ਤੇ ਜਿਹਨੇ ਪਿਆਰੇ ਉਹ ਸੰਗਤ ਇੱਕ ਵਾਰੀ ਵੀ ਕਰ ਲਈ ਨਾ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਜੋਗੀਆਂ ਨੂੰ ਆਖਿਆ ਕੋਈ ਗੱਲ ਨਹੀਂ। ਮਾਤਾ ਜੀ ਨੇ ਨਾ ਇੱਕ ਇੱਕ ਪ੍ਰਸ਼ਾਦਾ ਦੋਵਾਂ ਨੂੰ ਦਿੱਤਾ, ਸਿਰਫ ਬਚਨ ਇੰਨਾ ਕੀਤਾ, ਲੈ ਵੀ ਜੋਗੀ ਜਨੋ ਪੁੱਤਰੋ ਰੱਜ ਕੇ ਖਾਓ, ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਏਗੀ। ਮੇਰਾ ਭਰੋਸਾ ਆ ਵੀ ਇਹ ਪ੍ਰਸ਼ਾਦਾ ਛਕਣ ਤੋਂ ਬਾਅਦ ਭੁੱਖ ਨਹੀਂ ਲੱਗਣੀ ਤੁਹਾਨੂੰ। ਉਹਨਾਂ ਵੇਖਿਆ ਨਿੱਕਾ ਨਿੱਕਾ ਪ੍ਰਸ਼ਾਦਾ ਮਾਂ ਨੇ ਰੱਖਿਆ, ਕਹਿਣ ਲੱਗੇ, ਮਾਤਾ ਪ੍ਰਸ਼ਾਦਾ ਹੋਰ ਬਣਾ, ਭੁੱਖ ਲੱਗ ਜਾਣੀ ਹੈ। ਪਰ ਉਹ ਬੁਰਕੀ ਤੋੜ ਕੇ ਜਦੋਂ ਮੂੰਹ 'ਚ ਪਾਉਂਦੇ ਆ, ਥਾਲੀ ਵੱਲ ਧਿਆਨ ਮਾਰਦੇ, ਰੋਟੀ ਫੇਰ ਉਨੀ ਹੈ। ਜੋਗੀਆਂ ਜ਼ੋਰ ਲਾ ਹਟੇ, ਪਰ ਉਹ ਦੋ ਜੋਗੀ ਉਹਨਾਂ ਦੋਨਾਂ ਫੁਲਕਿਆਂ ਨੂੰ ਮਕਾ ਨਾ ਸਕੇ। ਅਖੀਰ ਜਦੋਂ ਬਿਲਕੁਲ ਅਖੀਰ ਹੋ ਗਈ ਨਾ, ਉਹਨਾਂ ਦੇ ਹੱਥ ਜੁੜ ਗਏ, ਕਹਿਣ ਲੱਗੇ, ਮਾਤਾ ਸਾਥੋਂ ਭੁੱਲ ਹੋ ਗਈ, ਅਸੀਂ ਤੇਰੀ ਮਹਿਮਾ ਜਾਣ ਹੀ ਨਹੀਂ ਸਕੇ। ਮਾਂ ਸੁਲੱਖਣੀ ਇੰਨੇ ਕੁ ਭਾਵਨਾ ਵਾਲੇ ਸਨ, ਉਹਨਾਂ ਫਿਰ ਵੀ ਅਖੀਰ ਇਹ ਗੱਲ ਆਖੀ, ਕਹਿਣ ਲੱਗੇ, ਨਹੀਂ ਜੋਗੀ ਜਨੋ, ਇਹ ਕਮਾਈ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਆ। ਮੈਂ ਤੇ ਉਹਨਾਂ ਦੇ ਚਰਨਾਂ ਦਾ ਸਿਰਫ ਕਿਣਕਾ ਮਾਣਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਹ ਪਤਾ ਲੱਗਾ ਤੇ ਸੱਚੇ ਪਾਤਸ਼ਾਹ ਕਹਿੰਦੇ ਆ, ਸੁਲੱਖਣੀ ਜੀ ਤੁਹਾਡੀ ਕਮਾਈ ਬੜੀ ਧੰਨ ਆ, ਬੜੀ ਧੰਨ ਆ। ਤੁਹਾਡਾ ਨਾਮ ਲੈ ਕੇ ਵੱਡੇ ਤੋਂ ਵੱਡੇ ਪਾਪੀ ਵੀ ਇਸ ਭਵ ਸਾਗਰ ਤੋਂ ਪਾਰ ਲੰਘ ਜਾਣਗੇ। ਔਰ ਧੰਨ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਪਾਤਸ਼ਾਹ ਨੇ 9 ਸਾਲ ਸਤਿਕਾਰਯੋਗ ਮਾਤਾ ਮਾਂ ਸੁਲੱਖਣੀ ਜੀ ਦੇ ਚਰਨਾਂ ਨੂੰ ਮਾਣਿਆ। ਇਤਿਹਾਸ ਕਹਿੰਦਾ ਜੀ,
ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਮਾਤਾ ਮਾਂ ਸੁਲੱਖਣੀ ਜੀ ਨੂੰ ਕਦੇ ਵੀ ਕੋਈ ਲਫ਼ਜ਼ ਇਦਾਂ ਨਹੀਂ ਸੀ ਕਹਿੰਦੇ। ਉਹ ਗੁਰੂ ਕੇ ਮਹਿਲ ਜਾਂ ਕੋਈ ਐਸੀ ਗੱਲ, ਉਹ ਜਦੋਂ ਬੁਲਾਉਂਦੇ ਉਹ ਮਾਂ ਕਹਿ ਕੇ ਪੁਕਾਰਦੇ ਸਨ। ਔਰ ਮਾਂ ਸੁਲੱਖਣੀ ਜੀ ਨੇ ਵੀ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਨੂੰ ਪੁੱਤ ਵਰਗਾ ਦਰਜਾ ਦਿੱਤਾ। ਔਰ ਐਸੀ ਮਹਾਨ ਮਾਂ ਜਿਹਦਾ ਆਪਾਂ ਦਿਨ ਮਨਾਉਣ ਦਾ ਉਪਰਾਲਾ ਕੀਤਾ ਹੈ, ਬਸ ਇਹ ਅਰਦਾਸ ਕਰਿਓ। ਕਈ ਰੂਪ ਦੇ ਵਿੱਚ ਉਹਨਾਂ ਨੂੰ ਵੇਖੋਗੇ। ਗੁਰੂ ਨਾਨਕ ਸਾਹਿਬ ਨੂੰ ਉਹਨਾਂ ਮਾਣਿਆ ਤੇ ਇੱਕ ਸਿੱਖ ਰੂਪ ਵਿੱਚ ਵੀ ਮਾਣਿਆ, ਕਿਉਂਕਿ ਬਚਨ ਕਮਾਇਆ ਨਾ ਮਹਾਰਾਜ ਦਾ। ਕਿਤੇ ਇਤਿਹਾਸ ਵਿੱਚ ਇਹ ਨਹੀਂ ਹੈ ਵੀ ਉਹਨਾਂ ਮਹਾਰਾਜ ਨੂੰ ਕਿਤੇ ਇਹ ਆਖਿਆ ਹੋਵੇ ਵੀ ਮੈਨੂੰ ਛੱਡ ਕੇ ਪੌਣੇ 8 ਸਾਲ ਤੁਸੀਂ ਬਾਹਰ ਰਹਿ ਕੇ ਆਏ ਹੋ, ਦੂਜੀ ਉਦਾਸੀ ਤੇ ਫੇਰ ਤੁਰ ਚੱਲੇ ਹੋ ਤੇ ਮੈਂ ਇੱਥੇ ਨਾ। ਇਹ ਧਰਮ ਦੇ ਕਾਰਜ ਸਨ ਔਰ ਸ਼ੁਭ ਕਾਰਜਾਂ ਵਿੱਚ ਇਹ ਉਹਨਾਂ ਦੀ ਕਮਾਈ ਦਾ ਹਿੱਸਾ ਆ। ਮਹਾਰਾਜ ਤੁਸੀਂ ਦੁਨੀਆ ਨੂੰ ਤਾਰਨ ਜਾਣਾ ਹੈ, ਤੁਹਾਡੀ ਨਜ਼ਰ ਜਿਹਦੇ ਤੇ ਹੋਈ ਉਹਨੇ ਤਰ ਜਾਣਾ ਹੈ। ਪਾਤਸ਼ਾਹ ਕਿਰਪਾ ਰੱਖਿਓ ਕਿਤੇ ਮੇਰੇ ਨਿਮਾਣੀ ਤੇ ਵੀ ਆਪਣੀ ਮਿਹਰ ਦੀ ਨਜ਼ਰ ਹਮੇਸ਼ਾ ਵਰਸਾਉਂਦੇ ਰਹੋ। ਜਦੋਂ ਆਖਰੀ ਪਲ ਸੀ ਨਾ, ਗੁਰੂ ਨਾਨਕ ਸਾਹਿਬ ਸੱਚਖੰਡ ਪਿਆਲਾ ਕਰਨ ਲੱਗੇ, ਮਾਂ ਸੁਲੱਖਣੀ ਜੀ ਦੀਆਂ ਉਸ ਦਿਨ ਅੱਖਾਂ ਭਰੀਆਂ। ਦੀਨ ਦੁਨੀਆ ਦੇ ਪਾਤਸ਼ਾਹ, ਮੈਂ ਤੈਨੂੰ ਬਹੁਤ ਰੂਹ ਤੋਂ ਮਾਣਿਆ ਸਤਿਗੁਰੂ। ਦੁਨੀਆ ਨੂੰ ਤੇਰੇ ਘਰ ਦੀ ਦਰ ਦੀ ਸਮਝ ਹੈ। ਇੱਕ ਕਿਣਕਾ ਇਸ ਨਿਮਾਣੀ ਦੇ ਪੱਲੇ 'ਚ ਵੀ ਪਾਇਆ, ਤੁਸੀਂ ਸਰੀਰ ਕਰਕੇ ਚਲੇ ਜਾਣਾ ਤੇ ਮਹਾਰਾਜ ਅਰਦਾਸ ਕਰੋ ਕਿਤੇ ਮੈਂ ਵੀ ਨਾਲ ਹੀ ਚਲੀ ਜਾਵਾਂ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਨਹੀਂ, ਸਰੀਰਾਂ ਦੇ ਸਾਥ ਸਦੀਵੀ ਨਹੀਂ। ਜੇ ਸੱਚੀ ਸਾਨੂੰ ਮਿਲਣ ਦੀ ਚਾਹਤ ਹੋਵੇ ਸੁਲੱਖਣੀ ਜੀ, ਜਿੱਥੇ ਸੰਗਤ ਵਿੱਚ ਬਹਿ ਕੇ ਜਪਜੀ ਪੜ੍ਹਦੇ ਹੋ, ਸਾਡਾ ਧਿਆਨ ਧਰ ਕੇ ਜਪਜੀ ਸਾਹਿਬ ਪੜ੍ਹਿਓ। ਅਸੀਂ ਸਦਾ ਤੁਹਾਡੇ ਅੰਗ ਸੰਗਿਆਂ, ਕਦੀ ਦੂਰ ਨਹੀਂ। ਜਪਜੀ ਸਾਹਿਬ ਬਾਣੀ ਗੁਰੂ ਨਾਨਕ ਸਾਹਿਬ ਦਾ ਪਿਆਰਿਓ ਰੂਪ ਆ। ਮਾਲਕ ਮਿਹਰ ਕਰੇ। ਆਓ ਭਾਈ ਸਤਵਿੰਦਰ ਸਿੰਘ ਜੀ ਹੁਣਾਂ ਕੋਲੋਂ ਇੱਕ ਸ਼ਬਦ ਦੀ ਹਾਜ਼ਰੀ ਭਰ ਕੇ ਆਓ। ਆਨੰਦ ਸਾਹਿਬ ਦੀ ਬਾਣੀ ਅਰਦਾਸ ਨਾਲ ਜੁੜਾਂਗੇ, ਫਿਰ ਚੁਪਹਿਰੇ ਦੇ ਸਮਾਗਮ ਸ਼ੁਰੂ ਹੋਣੇ ਹੈ। ਉਸ ਮਹਾਨ ਮਾਤਾ ਦੇ ਚਰਨਾਂ ਨੂੰ ਨਮਸਕਾਰ ਕਰੀਏ ਜਿਨ੍ਹਾਂ ਦੀ ਕਮਾਈ ਨੂੰ ਸਾਰਾ ਜੱਗ ਨਮਸਕਾਰ ਕਰਦਾ ਹੈ। ਸਤਿਗੁਰੂ ਮਿਹਰ ਕਰੇ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।